ਇਸ ਜਿਹੜੀ ਸਪੈਸ਼ਲ ਕੈਂਪੇਨ ਸੀ ਇਹਦੇ ਵਿੱਚ 141 ਪੀਓਜ਼ ਜਿਹੜੇ ਨੇ 141 ਪੀਓਜ਼ ਐਨਡੀਪੀਐਸ ਐਕਟ ਦੇ ਅਲੱਗ-ਅਲੱਗ ਜ਼ਿਲ੍ਹਿਆਂ ਨੇ ਫੜੇ ਆ, ਜਿਹੜੀ ਕਿ ਵਧੀਆ ਅਚੀਵਮੈਂਟ ਆ। ਔਰ ਇਹ ਜਿਹੜਾ ਕੈਂਪੇਨ ਆ ਅਗੇਂਸਟ ਪੀਓਜ਼ ਜਿਹੜੇ ਭਗੌੜੇ ਨੇ ਜਿਹੜੇ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਅੱਗੇ ਫਰਦਰ ਫਿਊਚਰ ਦੇ ਵਿੱਚ। ਡਰੱਗਸ ਦੀ ਐਨਫੋਰਸਮੈਂਟ ਜਿਹੜੀ ਆ ਉਹ ਬੜੀ ਵਧੀਆ ਹੋ ਰਹੀ ਆ। ਉਹਦੇ ਨਾਲ ਕੁਝ ਇਨੀਸ਼ੀਏਟਿਵਸ ਜਿਹੜੇ ਜ਼ਿਲ੍ਹਿਆਂ ਨੂੰ ਕਿਹਾ ਸੀ ਲੈ ਜਾਣ ਤਾਂ ਜੋ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਇਸ ਗਲਤ ਰਸਤੇ ਤੇ ਜਿਹੜੇ ਜੇ ਕੋਈ ਪਏ ਹੋਏ ਆ ਉਹਨਾਂ ਨੂੰ ਠੀਕ ਰਸਤੇ ਤੇ ਤੁਰਿਆ ਜਾਵੇ। ਉਹਦੀ ਏਵਜ ਦੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਅੰਡਰ 17 ਬਾਸਕਟਬਾਲ ਲੀਗ ਜਿਹੜੀ ਆ ਉਹ ਇੱਕ ਆਰਗੇਨਾਈਜ਼ ਕੀਤੀ ਆ, ਜਿਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਯੂਥ ਜਿਹੜੇ ਨੇ ਪਾਰਟਿਸਿਪੇਟ ਕਰ ਰਹੇ ਆ। ਸੋ ਇੱਕ ਉਪਰਾਲਾ ਹੈ ਕਿ ਵੀ ਯੂਥ ਦੀ એનર્ਜੀ ਜਿਹੜੀ ਆ ਉਹ ਪੁਲਿਸ ਵੀ ਇਹਦੇ ਵਿੱਚ ਪ੍ਰੋਐਕਟਿਵਲੀ ਪਾਰਟਿਸਿਪੇਟ ਕਰਕੇ ਉਹਦੀ એનર્ਜੀ ਜਿਹੜੀ ਆ ਉਹ ਚੰਗੇ ਪਾਸੇ ਚੈਨਲਾਈਜ਼ ਕੀਤੀ ਜਾਵੇ। ਮਲੇਰਕੋਟਲਾ ਪੁਲਿਸ ਨੇ ਇੱਕ ਮੁਹਿੰਮ ਚਲਾਈ ਹੈ ਸਾਂਝੀ ਸਾਥ ਨਾਮ ਦੀ, ਜਿਹਦੇ 'ਚ ਉਹਨਾਂ ਨੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ SHO ਜਿਹੜੇ ਨੇ ਉਹ ਜਾਂਦੇ ਆ ਸਾਥ ਦੇ ਵਿੱਚ ਜਾ ਕੇ ਯੂਥ ਦੇ ਨਾਲ ਗੱਲਬਾਤ ਕਰਨੀ। ਸਿਮਿਲਰਲੀ ਜਿਹੜੇ ਏਰੀਆਜ਼ ਜ਼ਿਆਦਾ ਅਫੈਕਟਡ ਨੇ ਉੱਥੇ ਈਵਨ ਗਜ਼ਟਡ ਆਫੀਸਰ ਜਿਹੜੇ ਨੇ GOs ਜਿਹੜੇ ਨੇ ਉਹ ਵੀ ਜਾ ਰਹੇ ਆ। ਸੋ ਹੋਰ ਵੀ ਕਈ ਇੱਦਾਂ ਦੇ ਇਨੀਸ਼ੀਏਟਿਵ ਜਿਹੜੇ ਆ ਉਹ ਜ਼ਿਲ੍ਹਾ ਪੁਲਿਸ ਜਿਹੜੇ ਮੁਖੀ ਆ ਉਹਨਾਂ ਨੂੰ ਕਿਹਾ ਗਿਆ ਹੈ ਕਿ ਯੂਥ ਨੂੰ ਇਸ ਪਾਸੇ ਲਾਇਆ ਜਾਵੇ ਤਾਂ ਜੋ ਪੋਜ਼ਿਟਿਵ ਜਿਹੜੀ એનર્ਜੀ ਹੈ ਪੋਜ਼ਿਟਿਵ ਪਾਸੇ ਉਹਨਾਂ ਦੀ એનર્ਜੀ ਯੂਟਿਲਾਈਜ਼ ਹੋਵੇ। ਤਾਂ ਇਸ ਵੀਕ ਦੇ ਵਿੱਚ 354 FIR ਦਰਜ ਕੀਤੀਆਂ ਗਈਆਂ ਔਰ 472 ਜਿਹੜੇ ਨੇ ਉਹ ਸਮਗਲਰ ਪੈਡਲਰ ਅਰੈਸਟ ਕੀਤੇ ਆ। ਉਹਦੇ ਵਿੱਚ 36 ਜਿਹੜੇ ਨੇ 36 ਕਮਰਸ਼ੀਅਲ ਕੁਆਂਟਿਟੀ ਦੇ ਕੇਸਿਸ ਆ ਔਰ 52 ਵੱਡੇ ਸਮਗਲਰ ਅਰੈਸਟ ਕੀਤੇ ਆ। ਕਮਰਸ਼ੀਅਲ ਕੁਆਂਟਿਟੀ ਦੇ ਜਿਹੜੇ ਕੇਸਿਸ ਨੇ ਉਹਦੇ 'ਚ ਸਭ ਤੋਂ ਵੱਧ ਕੇਸਿਸ ਮਾਨਸਾ ਦੇ ਵਿੱਚ, ਫਿਰ ਮੋਗਾ ਔਰ ਫਿਰ SAS ਨਗਰ ਮੋਹਾਲੀ ਦੇ ਵਿੱਚ ਦਰਜ ਕੀਤੇ ਆ। ਜਦੋਂ ਆਪਾਂ ਮੀਡੀਅਮ ਕੁਆਂਟਿਟੀ ਦੀ ਗੱਲ ਕਰਦੇ ਹਾਂ ਉਹ ਅੰਮ੍ਰਿਤਸਰ CP ਅੰਮ੍ਰਿਤਸਰ ਦੇ ਵਿੱਚ ਔਰ ਫਿਰ ਕਪੂਰਥਲਾ ਫਿਰ ਪਟਿਆਲਾ ਦੇ ਵਿੱਚ, ਔਰ ਸਮਾਲ ਕੁਆਂਟਿਟੀ ਦੇ ਜਿਹੜੇ ਨੇ ਉਹ ਸ਼ਹੀਦ ਭਗਤ ਸਿੰਘ ਨਗਰ ਬਠਿੰਡਾ ਔਰ ਲੁਧਿਆਣਾ ਦੇ ਵਿੱਚ। ਰਿਕਵਰੀਜ਼ ਦੀ ਗੱਲ ਜਦੋਂ ਆਪਾਂ ਕਰੀਏ ਤਾਂ ਹੈਰੋਇਨ ਦੀ 5 ਕਿਲੋ 535 ਗ੍ਰਾਮ ਦੀ ਰਿਕਵਰੀ ਹੈ, OPM ਦੀ 21 ਕਿਲੋ 904 ਗ੍ਰਾਮ ਦੀ ਰਿਕਵਰੀ ਆ, ਪੋਪੀ ਹਸਕ ਦੀ 580 ਕਿਲੋ ਦੀ ਰਿਕਵਰੀ ਆ, ਗਾਂਜੇ ਦੀ 21 ਕਿਲੋ ਔਰ 505 ਗ੍ਰਾਮ ਦੀ ਰਿਕਵਰੀ ਆ, ਔਰ ਟੈਬਲੇਟਸ ਪੇਲਸ ਇੰਜੈਕਸ਼ਨਸ ਵਗੈਰਾ ਜਿਹੜੇ ਨੇ ਉਹ 1,46,277 ਦੀ ਰਿਕਵਰੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਨਾਰਕੋਟਿਕ ਪਾਊਡਰ ਆ ਉਹ 5.8 ਕਿਲੋ ਆ। ਔਰ POs ਦੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਪੂਰੇ ਮਹੀਨੇ ਦੇ ਵਿੱਚ 141 PO ਫੜੇ ਆ। ਪਿਛਲੇ ਹਫਤੇ ਦੇ ਵਿੱਚ 42 PO 42 ਜਿਹੜੇ PO ਆ NDPS ਐਕਟ ਦੇ ਉਹ ਫੜੇ ਆ। ਔਰ ਇਸ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਆ ਕਿਉਂਕਿ ਇਹਨਾਂ ਦੇ ਵਿੱਚ ਕਈ ਬਹੁਤ ਪੁਰਾਣੇ POs ਨੇ, ਬੜੀ ਦੇਰ ਤੋਂ ਜਿਹੜੇ ਭਗੌੜੇ ਸੀਗੇ ਉਹਨਾਂ ਦੀਆਂ ਹੁਣ ਲਿਸਟਾਂ ਬਣਾ ਕੇ ਉਹਨਾਂ ਨੂੰ ਡਿਵਾਈਡ ਕੀਤਾ ਗਿਆ ਹੈ ਕਿ ਕਮਰਸ਼ੀਅਲ ਕੁਆਂਟਿਟੀ ਦੇ ਕਿਹੜੇ POs ਆ, ਮੀਡੀਅਮ ਤੇ ਸਮਾਲ ਕੁਆਂਟਿਟੀ ਦੇ POs ਕਿਹੜੇ ਆ। ਉਹਨਾਂ ਦੇ ਉੱਤੇ ਜਿਹੜੇ ਨੇ ਜ਼ਿਲ੍ਹਾ ਪੁਲਿਸ ਉਹਨੂੰ ਅੱਗੇ ਫਰਦਰ ਡਿਵਾਈਡ ਕੀਤਾ ਗਿਆ ਹੈ ਕਿ ਕਿਹੜੇ PO ਆ ਜਿਹੜੇ ਉਸ ਜ਼ਿਲ੍ਹੇ ਦੇ ਰਹਿਣ ਵਾਲੇ ਆ, ਕਿਹੜੇ PO ਆ ਜਿਹੜੇ ਸਟੇਟ ਦੇ ਰਹਿਣ ਵਾਲੇ ਆ, ਔਰ ਕਿਹੜੇ ਆਊਟ ਆਫ ਸਟੇਟ ਦੇ POs ਕਿਹੜੇ ਆ। ਸੋ ਜਦੋਂ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਡਿਵਾਈਡ ਕੀਤਾ ਇੱਕ ਪੂਰੀ ਤਰ੍ਹਾਂ ਫੋਕਸਡ ਅਪਰੋਚ ਬਣ ਜਾਂਦੀ ਹੈ ਇੱਕ ਕਿ ਇਹਨਾਂ ਦੇ ਉੱਤੇ POs ਦੇ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਵੇ। ਇਹ ਕੋਈ ਡਰੱਗਸ ਪੀਂਦਾ ਫੜਿਆ ਜਾਂਦਾ ਹੈ ਜਿਹਨੂੰ ਜਿਹੜਾ ਦਫਾ 27 NDPS ਐਕਟ ਦੇ ਵਿੱਚ ਆਪਾਂ ਜਿਹਦੇ 'ਚ ਪਰਚਾ ਦਰਜ ਕਰਦੇ ਹਾਂ, ਜਾਂ ਜਿਹਦੇ ਕੋਲੋਂ ਸਮਾਲ ਕੁਆਂਟਿਟੀ ਫੜੀ ਜਾਂਦੀ ਆ, ਉਹਦੇ 'ਚ ਕਾਨੂੰਨ 'ਚ ਪ੍ਰੋਵੀਜ਼ਨ ਹੈ ਕਿ ਜੇਕਰ ਉਹ ਆਪਣਾ ਰੀਹੈਬਿਲਿਟੇਸ਼ਨ ਕਰਾਉਣਾ ਚਾਹਵੇ, ਰੀਹੈਬਿਲਿਟੇਸ਼ਨ ਸੈਂਟਰ ਤੇ ਜਾ ਕੇ ਕਮਿਟਮੈਂਟ ਕਰੇ ਉਹ ਕਿ ਮੈਂ ਰੀਹੈਬਿਲਿਟੇਸ਼ਨ ਕਰਾਵਾਂਗਾ, ਤਾਂ ਕਾਨੂੰਨ ਦੇ ਵਿੱਚ ਉਹਨੂੰ ਮੁਆਫੀ ਦੀ ਗੁੰਜਾਇਸ਼ ਹੁੰਦੀ ਹੈ। ਸੋ ਇਸ ਚੀਜ਼ ਨੂੰ, ਇਸ ਪ੍ਰੋਵੀਜ਼ਨ ਨੂੰ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਆਪ ਇਸ ਕੰਮ ਦੇ ਵਿੱਚ ਜਿਹੜੇ ਸਮਗਲਿੰਗ 'ਚ ਇਨਵੋਲਵ ਨਹੀਂ ਆ ਪਰ ਕਿਸੇ ਤਰੀਕੇ ਦੇ ਨਾਲ ਇਸ ਚੀਜ਼ 'ਚ ਪੈ ਗਏ, ਜਿਨ੍ਹਾਂ 'ਤੇ ਸਮਾਲ ਕੁਆਂਟਿਟੀ ਦੇ ਪਰਚੇ ਦਰਜ ਨੇ ਜਾਂ ਜਿਨ੍ਹਾਂ ਦੇ 27 NDPS ਐਕਟ ਦੇ ਪਰਚੇ ਦਰਜ ਨੇ, ਉਹ ਇਸ ਪ੍ਰੋਵੀਜ਼ਨ ਨੂੰ ਯੂਜ਼ ਕਰ ਸਕਦੇ ਆ। ਇੱਕ ਤਾਂ ਉਹਦੀ ਰੀਹੈਬਿਲਿਟੇਸ਼ਨ ਹੋਏਗੀ, ਦੂਸਰਾ ਕਾਨੂੰਨੀ ਤੌਰ ਤੇ ਇਹਦੇ ਵਿੱਚ ਮੁਆਫੀ ਦੀ ਪ੍ਰੋਵੀਜ਼ਨ ਹੁੰਦੀ ਹੈ। ਸਾਡਾ ਮੇਨ ਜਿਹੜਾ ਮਕਸਦ ਆ ਜਿੱਥੇ ਐਨਫੋਰਸਮੈਂਟ ਆ ਉੱਥੇ ਰੀਹੈਬਿਲਿਟੇਸ਼ਨ ਵੀ ਆ, ਯੂਥ ਨੂੰ ਸਪਲਾਈ ਨਾ ਮਿਲੇ ਔਰ ਨਾਲ ਦੀ ਨਾਲ ਡਿਮਾਂਡ ਵੀ ਘਟੇ ਡਰੱਗਸ ਦੀ। ਸੋ ਡਿਮਾਂਡ ਤਦ ਘਟੇਗੀ ਇਹ ਸਾਡਾ ਯੂਥ ਰੀਹੈਬਿਲਿਟੇਸ਼ਨ ਵਾਲੇ ਪਾਸੇ ਤੁਰੇਗਾ। ਸੋ ਜਿਹੜੀਆਂ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰੋਵੀਜ਼ਨਸ ਆ ਉਹਦਾ ਮਤਲਬ ਉਸ ਚੀਜ਼ ਦਾ ਯੂਟਿਲਿਟੀ ਉਹਦੀ ਯੂਟਿਲਾਈਜ਼ ਉਹਨੂੰ ਕਰਨਾ ਚਾਹੀਦਾ ਪ੍ਰੋਵੀਜ਼ਨ। ਹਰ ਰੋਜ਼ ਕਰੀਬ ਸਾਡੇ 6 ਤੋਂ 7 ਜਿਹੜੇ ਭਗੌੜੇ ਫੜੇ ਜਾ ਰਹੇ, ਜਿੱਦਾਂ ਇਸ ਹਫ਼ਤੇ 42 ਫੜੇ ਆ, ਐਵਰੇਜ ਜਿਹੜੀ 6 ਦੀ ਹੈ, ਕਿਸੇ ਦਿਨ 6 ਕਿਸੇ ਦਿਨ 7 ਆ। ਔਰ ਤੁਰੰਤ ਜਦੋਂ ਫੜੇ ਜਾਂਦੇ ਆ ਕਈ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦੇ 299 ਦੇ, ਉਹਦੇ ਵਿੱਚ ਆਲਰੇਡੀ ਚਲਾਨ ਦਿੱਤਾ ਹੁੰਦਾ ਹੈ, ਚਲਾਨ ਦੇਣ ਤੋਂ ਬਾਅਦ ਉਹ ਡੇਟਸ ਮਿਸ ਕੀਤੀਆਂ ਹੁੰਦੀਆਂ ਕਈਆਂ ਨੇ। ਇੱਕ 82-83 ਦੇ PO ਹੁੰਦੇ, ਉਹਦੇ ਵਿੱਚ ਚਲਾਨ ਜਿਹੜਾ ਵਾ ਉਹ
ਪੀਓ ਬਣ ਤੋਂ ਬਾਅਦ ਉਹਦੇ 'ਚ ਵੀ ਚਲਾਨ ਦਿੱਤਾ ਹੁੰਦਾ ਹੈ। ਸੋ ਜਦੋਂ ਉਹ ਬੰਦਾ ਫੜਿਆ ਜਾਂਦਾ ਨਾਲ ਹੀ ਟਰਾਇਲ ਸ਼ੁਰੂ ਹੋ ਜਾਂਦਾ ਵਾ, ਚਲਾਨ ਉਹਦਾ ਆਲਰੇਡੀ ਦਿੱਤਾ ਹੋਇਆ ਜਿੱਥੇ ਪੀਓ ਆ ਬੰਦਾ, ਜਿੱਥੇ ਭਗੌੜਾ ਵਾ। ਔਰ ਜੇ ਕਿਸੇ ਕੇਸ 'ਚ ਨਾ ਦਿੱਤਾ ਹੋਵੇ ਉਹ ਵੀ ਤੁਰੰਤ ਚਲਾਨ ਦੇਣ ਦੀ ਜਿਹੜੀ ਹੈਗੀ ਹਦਾਇਤ ਦਿੱਤੀ ਹੈ। ਪਹਿਲਾਂ ਤਾਂ ਅੱਜ ਇਹੀ ਹੈ, ਤੁਹਾਡੇ ਪਲੇਟਫਾਰਮ ਤੋਂ ਮੈਂ ਚਾਹਾਂਗਾ ਕਿ ਪ੍ਰੋਵੀਜ਼ਨ ਨੂੰ ਤੁਹਾਨੂੰ, ਬਲਕਿ ਅਸੀਂ ਉਹ ਸਪੈਸੀਫਿਕ ਜਿਹੜੀ ਪ੍ਰੋਵੀਜ਼ਨ ਆ 64A ਦੀ ਉਹ ਸਰਕੂਲੇਟ ਵੀ ਕਰ ਦਾਂਗੇ ਹੁਣੇ ਥੋੜ੍ਹੀ ਦੇਰ 'ਚ, ਕਾਨੂੰਨ ਉਹਦੇ 'ਚੋਂ ਕੱਢ ਕੇ ਐਕਟ ਦੇ ਵਿੱਚੋਂ ਕਿ ਕੀ ਪ੍ਰੋਵੀਜ਼ਨ ਹੈਗੀ ਹੈ। ਸੋ ਪਹਿਲਾ ਸਟੈਪ ਤਾਂ ਇਹੀ ਆ ਕਿ ਇੱਕ ਵਾਰੀ ਆਪਾਂ ਇਹਨੂੰ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਲੈ ਕੇ ਆਈਏ ਕਿ ਇੱਦਾਂ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ। ਉਸ ਤੋਂ ਬਾਅਦ ਫਿਰ ਜਿਹੜੇ ਸਾਡੇ ਯੂਥ ਜਿਹੜੇ ਫੜੇ ਹੋਏ ਆ ਇਸ ਕੇਸਿਸ ਦੇ ਵਿੱਚ, ਉਹਨਾਂ ਨੂੰ ਵੀ ਥਰੂ ਸਾਡੇ ਜਿਹੜੇ SSPs ਤੇ CPs ਦੇ ਥਰੂ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਇਹਦਾ ਇਸ ਪ੍ਰੋਵੀਜ਼ਨ ਦਾ ਫਾਇਦਾ ਉਠਾਉਣ।